ਸੈਲੀਬ੍ਰੇਟ ਕਰ ਰਿਹਾ। ਉਹ ਤਾਂ ਸਿੱਧੇ ਇਲਜ਼ਾਮ ਜਿਹੜੇ ਨੇ ਮਾਰੇ ਗਏ ਆ। ਪਰਮਾਤਮਾ ਜਦੋਂ ਮਾਰਦਾ ਨਾ, ਮੱਤ ਮਾਰਦਾ, ਡਾਂਗਾਂ ਨਾਲ ਨਹੀਂ ਮਾਰਦਾ। ਉਹਨਾਂ ਦੀ ਮੱਤ ਮਾਰੀ ਗਈ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਵਿਰੁੱਧ ਆਪਣੇ ਆਪ ਨੂੰ ਤਕੜਾ ਤੇ ਜਿੱਤਿਆ ਮਹਿਸੂਸ ਕਰ ਰਹੇ। ਇਹ ਉਹਨਾਂ ਦੀ ਮੱਤ ਮਾਰੀ ਗਈ ਹੈ। ਇਹ ਫੈਸਲਾ ਆਇਆ ਹੈਗਾ ਕੋਰਟ ਦੇ ਵਿੱਚੋਂ, ਕੀ ਲੱਗਦਾ ਹੈਗਾ ਕਿ ਇਹ ਤਾਂ ਇੱਕ ਤਰੀਕੇ ਨਾਲ ਕਲੀਨ ਚਿੱਟ ਹੀ ਬਾਲਾਉਂਦੇ? ਦੇਖੋ, ਇੱਕ ਜਦੋਂ ਮੁਲਜ਼ਮ ਜਿਹੜਾ ਉਹਨੂੰ ਜੱਜ ਬਣਾਉਣ ਦੀ ਅਥਾਰਟੀ ਦੇ ਦਿੱਤੀ ਜਾਵੇ ਤੇ ਫਿਰ ਇਸ ਤਰ੍ਹਾਂ ਦੇ ਫੈਸਲੇ ਦੇਖਣ ਨੂੰ ਮਿਲਦੇ ਆ। ਇਹ ਜੱਜ ਸਾਹਿਬ ਹੋਣ, ਇਹ ਐਡਵੋਕੇਟ ਅਸ਼ੋਕ ਅਗਰਵਾਲ ਹੋਵੇ, ਇਹ ਬਾਦਲ ਹੋਣ, ਚਟਾਲੇ ਹੋਣ, ਇਹਨਾਂ ਦੇ ਐਡਵੋਕੇਟ ਜਨਰਲ ਰਹੇ ਨੇ। ਜਿਹੜਾ ਅੱਜ ਜੱਜ ਬਣਿਆ ਹੋਇਆ ਸੀਨੀਅਰ ਡਿਪਟੀ ਐਡਵੋਕੇਟ ਰਿਹਾ। ਤੋਂ ਬਣਾਉਣ ਵਾਲੇ ਚਟਾਲਾ ਤੇ ਬਾਦਲ ਸਾਹਿਬ ਤੇ ਅੱਜ ਉਹਨਾਂ ਦੇ ਵਿਰੁੱਧ ਕਿਵੇਂ ਫੈਸਲੇ ਦੇ ਸਕਦੇ ਆ? ਸਭ ਉਹ ਲਗਾਤਾਰ ਇਹ ਕਹਿ ਰਹੇ ਨੇ, ਕਹਿੰਦੇ ਕਿ ਕੁੰਵਰ ਵਿਜੇ ਪ੍ਰਤਾਪ ਨਹੀਂ ਹੈਗੇ, ਇਹ ਨਟਵਰ ਲਾਲ ਹੈਗੇ ਨੇ, ਜਿਨ੍ਹਾਂ ਨੇ ਇੱਕ ਪੋਲੀਟੀਕਲ ਵੈਂਡੇਟਾ ਦੇ ਤਹਿਤ ਜਿਹੜੀ ਹੈ ਸਾਰੀ ਇਨਵੈਸਟੀਗੇਸ਼ਨ ਕੀਤੀ ਹੈ। ਅਸੀਂ ਵੀ ਇਹ ਕਹਿ ਰਹੇ ਹਾਂ ਕਿ ਪ੍ਰਕਾਸ਼ ਸਿੰਘ ਬਾਦਲ ਅਕਾਲੀ ਨਹੀਂ ਹੈਗਾ, ਮੱਸਾ ਰੰਗੜ ਹੈ ਤੇ ਉਹਦਾ ਭਰਾ ਹੈ ਵੱਡਾ। ਇਹ ਬੁਰਕਾ ਇਹਨੇ ਅਕਾਲੀ ਪਾਇਆ ਹੋਇਆ, ਸਾਡੀ ਕੌਮ ਦਾ ਬੇੜਾ ਗਰਕ ਕਰ ਗਿਆ। ਇਹਦੇ 50 ਸਾਲ ਦੀ ਹਿਸਟਰੀ ਦੇਖ ਲਓ, ਸਾਡੀ ਕੌਮ ਦਾ ਨਾਸ ਮਾਰ ਕੇ ਗਿਆ ਤੇ ਅੱਜ ਤੱਕ ਮਾਰੀ ਜਾ ਰਿਹਾ। ਇਹੀ ਸਮਝਿਆ ਜਾਵੇ ਸਰਕਾਰਾਂ ਜਿਹੜੀਆਂ ਮਰਜ਼ੀਆਂ ਹੋਣ, ਇਹਨੂੰ ਤਾਂ ਲਟਕਾਉਣ ਦੇ ਉੱਤੇ ਤੁਰੀਆਂ ਹੋਈਆਂ। ਮਰਜ਼ੀ ਜਿਹੜੀਆਂ ਮਰਜ਼ੀ ਹੋਣ, ਉਹ ਸਾਡੀਆਂ ਦੁਸ਼ਮਣ ਵੀ ਹੋ ਸਕਦੀਆਂ, ਪਰ ਇਹ ਤੇ ਨੀਲਾ ਬੁਰਕਾ ਪਾਇਆ। ਇਹ ਤੇ ਸਾਨੂੰ ਕਹਿੰਦਾ ਮੈਂ ਪੰਥ ਦਾ ਮਾਮਾ ਚੰਦੂ ਆ ਤੇ ਮੇਰੇ ਬਾਅਦ ਮੇਰਾ ਪੁੱਤਰ ਆ। ਪੁੱਤਰ ਕਹਿੰਦਾ ਮੇਰੇ ਬਾਅਦ ਮੇਰਾ ਪੁੱਤਰ ਆ। ਇਹਨਾਂ ਨੂੰ ਅਸੀਂ ਕਿੱਥੇ ਪਾਈਏ? ਉਧਰ ਤਾਂ ਇਹ ਵੀ ਕਹਿ ਰਿਹਾ, ਕਹਿੰਦਾ ਜਿਹੜਾ ਕਿ ਇਸ ਦੇ ਉੱਤੇ ਸਿਆਸਤ ਕਰ ਰਹੇ ਨੇ, ਬੇਅਦਬੀ ਦੇ ਉੱਤੇ ਸਿਆਸਤ ਕਰ ਰਹੇ ਨੇ, ਉਹਨਾਂ ਦਾ ਕੱਖ ਨਾ ਰਹੇ, ਔਰ ਜਿਹੜੇ ਇਸ ਦੇ ਉੱਤੇ ਰਾਜਨੀਤੀ ਕਰ ਰਹੇ ਨੇ ਉਹਨਾਂ ਦਾ ਵੀ ਕੱਖ ਨਾ ਰਹੇ, ਜਿਨ੍ਹਾਂ ਨੇ ਬੇਅਦਬੀ ਕੀਤੀ ਉਹਨਾਂ ਦਾ ਯਾਰ ਸ਼ੁਰੂਆਤ ਹੋ ਗਈ, ਰਹਿਣਾ ਕੱਖ ਨਹੀਂ। ਤੇ ਅਸੀਂ ਤੇ ਜੋ ਕੁਝ ਪਾਇਆ ਹੀ ਪਾਇਆ, ਗਵਾਇਆ ਕੁਝ ਨਹੀਂ। ਇਹਨਾਂ ਨੇ ਜੋ ਕੁਝ ਗਵਾਇਆ ਹੀ ਆ, ਪਾਇਆ ਕੁਝ ਨਹੀਂ। ਲਾਂਤਾਂ ਹੀ ਲਈਆਂ। ਜੇ ਇਹ ਗੱਲ ਨਹੀਂ ਤੇ ਪਿਓ ਪੁੱਤ ਸ਼ਕਲ ਕਿਉਂ ਨਹੀਂ ਦਿਖਾਉਂਦੇ? ਇਹ ਧਰਨਿਆਂ 'ਚ ਕਿਉਂ ਨਹੀਂ ਜਾਂਦੇ? ਇਹ ਬਾਰਡਰ ਤੇ ਕਿਉਂ ਨਹੀਂ ਜਾਂਦੇ? ਕਿਸਾਨਾਂ ਦੇ ਵਿੱਚ ਅੱਜ ਸੰਗਤ ਦੇ ਵਿੱਚ ਕਿਉਂ ਨਹੀਂ ਆਉਂਦੇ? ਕੋਟਕਪੁਰਾ ਫਾਇਰਿੰਗ ਦੀ ਜਾਂਚ ਕਰ ਰਹੇ ਕੁੰਵਰ ਵਿਜੇ ਪ੍ਰਤਾਪ ਦੇ ਵੱਲੋਂ ਜਦੋਂ ਕੋਰਟ ਦੇ ਵਿੱਚ ਚਲਾਨ ਪੇਸ਼ ਕੀਤੇ ਜਾਂਦੇ ਨਾ, ਤਾਂ ਕੋਰਟ ਉਹ ਸਾਰੀ ਇਨਵੈਸਟੀਗੇਸ਼ਨ ਨੂੰ ਕੁਐਸ਼ ਕਰ ਦਿੰਦਾ ਹੈ, ਜਿਸ ਤੋਂ ਬਾਅਦ ਸਿਆਸਤ ਸ਼ੁਰੂ ਹੋ ਜਾਂਦੀ ਹੈ। ਕੁੰਵਰ ਵਿਜੇ ਪ੍ਰਤਾਪ ਅਸਤੀਫਾ ਦੇ ਦਿੰਦੇ ਨੇ। ਹਾਲਾਂਕਿ ਇਲਜ਼ਾਮ ਕਾਂਗਰਸ ਦੇ ਉੱਤੇ ਵੀ ਲਗਾਏ ਜਾ ਰਹੇ ਨੇ ਕਿ ਅਕਾਲੀ ਦਲ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਪਰ ਹੁਣ ਪੰਥਕ ਜਥੇਬੰਦੀਆਂ ਇਸ ਦੇ ਉੱਤੇ ਲਾਮਬੰਦੀ ਕਰ ਰਹੀਆਂ ਨੇ। ਅੱਗੇ ਖਾਸ ਤੌਰ ਦੇ ਉੱਤੇ ਇਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ। ਸਾਡੇ ਨਾਲ ਭਾਈ ਰਣਜੀਤ ਸਿੰਘ ਹੋਣੀ ਮੌਜੂਦ ਨੇ। ਸਰ, ਕਿਵੇਂ ਵੇਖਦੇ ਹੋ? ਸਭ ਤੋਂ ਪਹਿਲਾਂ ਤਾਂ ਭਾਈ ਸਾਹਿਬ, ਕਿ ਜਿਵੇਂ ਇਹ ਫੈਸਲਾ ਆਇਆ ਹੈਗਾ ਕੋਰਟ ਦੇ ਵਿੱਚੋਂ, ਕੀ ਲੱਗਦਾ ਹੈਗਾ ਕਿ ਇਹ ਤਾਂ ਇੱਕ ਤਰੀਕੇ ਨਾਲ ਕਲੀਨ ਚਿੱਟ ਹੀ ਬਾਲਾਉਂਦੇ? ਦੇਖੋ, ਇੱਕ ਜਦੋਂ ਮੁਲਜ਼ਮ ਜਿਹੜਾ ਉਹਨੂੰ ਜੱਜ ਬਣਾਉਣ ਦੀ ਅਥਾਰਟੀ ਦੇ ਦਿੱਤੀ ਜਾਵੇ ਤੇ ਫਿਰ ਇਸ ਤਰ੍ਹਾਂ ਦੇ ਫੈਸਲੇ ਦੇਖਣ ਨੂੰ ਮਿਲਦੇ ਆ। ਇਹ ਜੱਜ ਸਾਹਿਬ ਹੋਣ, ਇਹ ਐਡਵੋਕੇਟ ਅਸ਼ੋਕ ਅਗਰਵਾਲ ਹੋਵੇ, ਇਹ ਬਾਦਲ ਹੋਣ, ਚਟਾਲੇ ਹੋਣ, ਇਹਨਾਂ ਦੇ ਐਡਵੋਕੇਟ ਜਨਰਲ ਰਹੇ ਨੇ। ਜਿਹੜਾ ਅੱਜ ਜੱਜ ਬਣਿਆ ਹੋਇਆ ਸੀਨੀਅਰ ਡਿਪਟੀ ਐਡਵੋਕੇਟ ਰਿਹਾ। ਤੋਂ ਬਣਾਉਣ ਵਾਲੇ ਚਟਾਲਾ ਤੇ ਬਾਦਲ ਸਾਹਿਬ ਤੇ ਅੱਜ ਉਹਨਾਂ ਦੇ ਵਿਰੁੱਧ ਕਿਵੇਂ ਫੈਸਲੇ ਦੇ ਸਕਦੇ ਆ? ਔਰ ਸਾਨੂੰ ਤੇ ਇਹ ਨਹੀਂ ਸਮਝ ਆਉਂਦੀ ਕਿ ਕਿਸੇ ਨੇ ਵੀ ਉਹਨਾਂ ਦੇ ਰਾਹ ਨਹੀਂ ਰੋਕਿਆ। ਉਦੋਂ ਹੁਣ ਸਾਨੂੰ ਸਾਰੀ ਹਾਈ ਕੋਰਟ ਦੇ ਵਕੀਲ ਦੱਸ ਰਹੇ ਨੇ ਕਿ ਇਸ ਤਰ੍ਹਾਂ ਹੋਇਆ, ਪਰ ਸਾਨੂੰ ਉਦੋਂ ਕਿਸੇ ਨੇ ਨਹੀਂ ਦੱਸਿਆ ਕਿ ਇਹਨਾਂ ਦੀ ਇੰਨੀ ਪੱਕੀ ਸਾਂਝ ਆ ਅੰਦਰ ਖਾਤੇ। ਨਹੀਂ ਤੇ ਅਸੀਂ ਐਪਲੀਕੇਸ਼ਨ ਦੇ ਸਕਦੇ ਸੀ ਕਿ ਇੱਥੇ ਬੈਂਚ ਤੋਂ ਲਾਂਭੇ ਹੋ ਤੁਸੀਂ। ਤਾਂ ਜਿਵੇਂ ਅਸੀਂ ਵਕੀਲਾਂ ਨਾਲ ਵੀ ਗੱਲਬਾਤ ਕੀਤੀ, ਤਾਂ ਜਿਸ ਤਰੀਕੇ ਨਾਲ ਇਸ ਪਟੀਸ਼ਨ ਦੇ ਉੱਤੇ ਐਡੀ ਵੱਡੀ ਜਜਮੈਂਟ 89 ਪੇਜਸ ਦੀ ਆਉਣੀ, ਔਰ ਇਹੋ ਜਿਹੇ ਤੱਥ ਜਿਹੜੇ ਆ, ਇਹੋ ਜਿਹੀਆਂ ਟਿੱਪਣੀਆਂ ਕਰਨੀਆਂ, ਕਿ ਲੱਗਦਾ ਕਿ ਇਹ ਇਸੇ ਦਾ ਕਾਰਨ ਸੀਗਾ ਕਿ ਇਹ ਕਲੀਨ ਚਿੱਟ ਜਿਹੜੀ ਹੈਗੀ ਦਿੱਤੀ ਗਈ? ਬਿਲਕੁਲ ਇੱਕ ਪਹਿਲਾਂ ਤੋਂ ਤੈਅ ਸੀਗਾ ਸਾਰਾ ਪ੍ਰੋਗਰਾਮ। ਪਹਿਲੀ ਗੱਲ ਤੇ ਆ ਸਰਾਜ ਸਾਹਿਬ, ਜਿਹੜੇ ਤੁਸੀਂ ਵਕੀਲ ਨਾਲ ਗੱਲ ਕਰੋ, ਜੱਜ ਨਾਲ ਗੱਲ ਕਰੋ, ਇਹ ਲਾ ਆ ਕਿ ਇਹ ਜਿਹੜੀ ਰਿਟ ਪਟੀਸ਼ਨ ਹੈ, ਸਿਵਲ ਰਿਟ ਪਟੀਸ਼ਨ ਹੋਈ ਆ, ਇੱਕ ਸਿਪਾਹੀ ਨੇ ਕੀਤੀ ਆ। ਤੋ ਇਹ ਕਿਸੇ ਵੀ ਕੋਰਟ ਦੇ ਵਿਰੁੱਧ ਅਪੀਲ ਨਹੀਂ ਸੀ, ਫੈਸਲੇ ਦੇ ਵਿਰੁੱਧ ਅਪੀਲ ਨਹੀਂ ਸੀ, ਲੋਅਰ ਕੋਰਟ ਦੇ ਫੈਸਲੇ ਦੇ ਵਿਰੁੱਧ। ਇਹ ਰਿਵੀਜ਼ਨ ਪਟੀਸ਼ਨ ਨਹੀਂ ਸੀ, ਇਹ ਸਿਵਲ ਰਿਟ ਪਟੀਸ਼ਨ ਹੈ। ਸਿਵਲ ਰਿਟ ਪਟੀਸ਼ਨ 'ਚ ਇਹ ਆਰਡਰ ਨਹੀਂ ਕਰ ਸਕਦਾ, ਇਹਨੂੰ ਇਹ ਅਥਾਰਟੀ ਨਹੀਂ। ਮੈਂ ਤਾਂ ਹੀ ਕਿਹਾ ਪ੍ਰੈਸ ਨੂੰ ਕਿ ਇਹ ਪੰਜਾਬ ਹਰਿਆਣਾ ਹਾਈ ਕੋਰਟ ਦਾ ਨਵੇਕਲਾ ਤੇ ਇੱਕੋ ਇੱਕ ਫੈਸਲਾ ਹੋਊਗਾ ਜਿਹੜਾ ਇਹ ਜੱਜ ਨੇ ਦਿੱਤਾ। ਅਕਾਲੀ ਦਲ ਤਾਂ ਇਸ ਚੀਜ਼ ਨੂੰ ਸੈਲੀਬ੍ਰੇਟ ਕਰ ਰਿਹਾ। ਉਹ ਤਾਂ ਸਿੱਧੇ ਇਲਜ਼ਾਮ ਜਿਹੜੇ ਨੇ ਮਾਰੇ ਗਏ ਆ। ਪਰਮਾਤਮਾ ਜਦੋਂ ਮਾਰਦਾ ਨਾ, ਮੱਤ ਮਾਰਦਾ, ਡਾਂਗਾਂ ਨਾਲ ਨਹੀਂ ਮਾਰਦਾ। ਉਹਨਾਂ ਦੀ ਮੱਤ ਮਾਰੀ ਗਈ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਵਿਰੁੱਧ ਆਪਣੇ ਆਪ ਨੂੰ ਤਕੜਾ ਤੇ ਜਿੱਤਿਆ ਮਹਿਸੂਸ ਕਰ ਰਹੇ। ਇਹ ਉਹਨਾਂ ਦੀ ਮੱਤ ਮਾਰੀ ਗਈ ਆ। ਹਰ ਰੋਜ਼ ਹੁਣ ਇਹ ਉਹ ਸਿਆਣੇ ਹੁੰਦੇ ਜਾਂ ਨਿਰਦੋਸ਼ ਹੁੰਦੇ, ਉਹਨਾਂ ਨੂੰ ਸ਼ੁਰੂ ਤੋਂ ਕਹਿਣਾ ਚਾਹੀਦਾ ਸੀ ਕਿ ਅਸੀਂ ਹਾਜ਼ਰ ਹਾਂ, ਅਸੀਂ ਸਹਿਯੋਗ ਕਰਾਂਗੇ।
ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋਵੇ। ਉਹ ਨੰਗੇ ਚਿੱਟੇ ਕਹਿੰਦੇ ਆਓ ਕੰਵਰ ਵਿਜੇ ਪ੍ਰਤਾਪ ਸਿੰਘ ਜੀ ਦੱਸੋ ਕੀ ਚਾਹੀਦਾ, ਅਸੀਂ ਸਹਿਯੋਗ ਕਰਦੇ ਹਾਂ। ਉਹ ਲਗਾਤਾਰ ਸਾਜ਼ਿਸ਼ਾਂ ਕਰ ਰਹੇ, ਕਦੀ ਗਵਾਹਾਂ ਨੂੰ ਮੁਕਰਾਉਂਦੇ ਆ, ਕਦੀ ਨੌਕਰੀਆਂ ਦੀ ਝਾਂਸਾ ਦਿੰਦੇ ਆ, ਕਦੀ ਪੈਸਾ ਦਿੰਦੇ ਆ, ਕਦੀ ਥ੍ਰੈਟ ਦਿੰਦੇ ਆ ਜਾਨੋਂ ਮਾਰਨ ਦੀ ਗਵਾਹਾਂ ਨੂੰ। ਤੋ ਅਸਲ 'ਚ ਜਦੋਂ ਕੋਈ ਵੀ ਮਰਡਰ ਕੇਸ ਹੁੰਦਾ ਤੇ ਮੁਲਜ਼ਮ ਅੰਦਰ ਜਾਂਦਾ ਤੇ ਉਹਦੀ ਜ਼ਮਾਨਤ ਇਸ ਕਰਕੇ ਨਹੀਂ ਹੁੰਦੀ ਕਿ ਬਾਹਰ ਆ ਕੇ ਗਵਾਹ ਟੈਂਪਰ ਕਰੂਗਾ। ਭਾਈ ਸਾਹਿਬ ਉਹ ਲਗਾਤਾਰ ਇਹ ਕਹਿ ਰਹੇ ਨੇ, ਕਹਿੰਦੇ ਕਿ ਕੁੰਵਰ ਵਿਜੇ ਪ੍ਰਤਾਪ ਨਹੀਂ ਹੈਗੇ, ਇਹ ਨਟਵਰ ਲਾਲ ਹੈਗੇ ਨੇ ਜਿਨ੍ਹਾਂ ਨੇ ਇੱਕ ਪੋਲੀਟੀਕਲ ਵੈਂਡੇਟਾ ਦੇ ਤਹਿਤ ਜਿਹੜੀ ਹੈ ਸਾਰੀ ਇਨਵੈਸਟੀਗੇਸ਼ਨ ਕੀਤੀ ਹੈ। ਅਸੀਂ ਵੀ ਇਹ ਕਹਿ ਰਹੇ ਹਾਂ ਕਿ ਪ੍ਰਕਾਸ਼ ਸਿੰਘ ਬਾਦਲ ਅਕਾਲੀ ਨਹੀਂ ਹੈਗਾ, ਮੱਸਾ ਰੰਗੜ ਹੈ ਤੇ ਉਹਦਾ ਭਰਾ ਹੈ ਵੱਡਾ। ਇਹ ਬੁਰਕਾ ਇਹਨੇ ਅਕਾਲੀ ਪਾਇਆ ਹੋਇਆ, ਸਾਡੀ ਕੌਮ ਦਾ ਬੇੜਾ ਗਰਕ ਕਰ ਗਿਆ। ਇਹਦੇ 50 ਸਾਲ ਦੀ ਹਿਸਟਰੀ ਦੇਖ ਲਓ, ਸਾਡੀ ਕੌਮ ਦਾ ਨਾਸ ਮਾਰ ਕੇ ਗਿਆ ਤੇ ਅੱਜ ਤੱਕ ਮਾਰੀ ਜਾ ਰਿਹਾ। ਅੱਗੇ ਹੁਣ ਅੱਜ ਤੁਹਾਡੇ ਵੱਲੋਂ ਕੀ ਇੱਕ ਅਹਿਮ ਐਲਾਨ ਕੀਤਾ ਗਿਆ? ਮੇਰੇ ਵੱਲੋਂ ਅੱਜ ਇਹੀ ਅਹਿਮ ਹੈ ਕਿ ਅਸੀਂ 30 ਤਰੀਕ ਨੂੰ 11 ਵਜੇ ਕੋਟਕਪੂਰਾ ਬੱਤੀਆਂ ਵਾਲੇ ਚੌਂਕ 'ਚ ਇਹ ਬਾਦਲ ਦੇ ਖਿਲਾਫ ਜਿਹੜੀ ਕਲੀਨ ਚਿੱਟ ਦਿੱਤੀ ਹੈ ਜੱਜ ਨੇ, ਉਸ ਨੂੰ ਕਾਲੀ ਕਰਤੂਤ ਨੂੰ ਸਾੜਾਂਗੇ ਤੇ ਪਾੜਾਂਗੇ। ਭਾਈ ਸਾਹਿਬ ਫਿਰ ਕੀ ਲੱਗਦਾ ਫਿਰ ਇਨਸਾਫ ਸਾਨੂੰ ਕਿੱਥੋਂ ਮਿਲੇਗਾ? ਲੋਕਾਂ ਨੂੰ ਕਿਵੇਂ ਇਨਸਾਫ ਮਿਲੂਗਾ ਜੇ ਅਸੀਂ ਜੱਜਮੈਂਟ ਦੀ ਕਾਪੀ ਨੂੰ ਐਵੇਂ ਸਾੜ ਰਹੇ ਹਾਂ? ਅਸੀਂ ਪ੍ਰੋਟੈਸਟ ਵੀ ਨਾ ਕਰੀਏ, ਵਿਰੋਧ ਵੀ ਨਾ ਕਰੀਏ ਤੇ ਫਿਰ ਕੀ ਇਹਦਾ ਹੱਲ ਆ? ਫਿਰ ਜਸਟਿਸ ਹੋ ਗਿਆ। ਫਿਰ ਤੁਹਾਨੂੰ ਕੀ ਲੱਗਦਾ ਕਿ ਇਨਸਾਫ ਕਿਵੇਂ ਮਿਲ ਸਕਦਾ? ਕਿਉਂਕਿ ਹਾਈ ਕੋਰਟ ਨੇ ਕਹਿ ਦਿੱਤਾ ਨਵੀਂ ਐਸਆਈਟੀ ਬਣਾਓ ਤੇ ਨਵੇਂ ਅਧਿਕਾਰੀ ਹੋਣ। ਹਾਈ ਕੋਰਟ ਨੇ ਕਿਹਾ ਨਵੀਂ ਐਸਆਈਟੀ ਬਣਾਓ, ਉਸ ਹਾਈ ਕੋਰਟ ਨੇ ਕਲੀਨ ਚਿੱਟ ਵੀ ਦੇਤੀ ਨਾਲ। ਹਾਈ ਕੋਰਟ ਦੀ ਦਿੱਤੀ ਕਲੀਨ ਚਿੱਟ ਤੇ ਕਿਹੜੀ ਐਸਆਈਆਰ ਟੀਮ ਆ, ਸਿੱਟ ਆ ਜਿਹੜੀ ਇਨਵੈਸਟੀਗੇਸ਼ਨ ਕਰੂਗੀ? ਓਬਵੀਅਸਲੀ ਉਹਦਾ ਇਸ ਇਨਵੈਸਟੀਗੇਸ਼ਨ ਦੀ ਜਿਹੜੀ ਪਹਿਲਾਂ ਦੀ ਜਿਹੜੀ ਰਿਪੋਰਟ ਹੈਗੀ ਉਸ ਨੂੰ ਜ਼ਰੂਰ ਇੰਪੈਕਟ ਕਰੇਗੀ। ਜਦੋਂ ਉਹਨਾਂ ਨੇ ਕਲੀਨ ਚਿੱਟ ਦੇਤੀ ਇਸ ਫੈਸਲੇ 'ਚ 90 ਪੇਜਾਂ ਦੇ ਫੈਸਲੇ 'ਚ, ਤੇ ਕਿਹੜੀ ਸਿੱਟ ਆ ਜਿਹੜੀ ਹਾਈ ਕੋਰਟ ਦੇ ਫੈਸਲੇ ਦੇ ਵਿਰੁੱਧ ਜਾ ਕੇ ਉਹਨਾਂ ਦੀ ਇਨਵੈਸਟੀਗੇਸ਼ਨ ਕੀ ਲੱਗਦਾ ਦੋਸ਼ੀ ਕਦੀ ਫੜੇ ਜਾਣਗੇ? ਜਿਹੜੇ ਦੋਸ਼ੀ ਆ ਉਹਨਾਂ ਨੂੰ ਕਦੀ ਸਜ਼ਾਵਾਂ ਮਿਲਣਗੀਆਂ? ਅਕਾਲਪੁਰ ਸੱਚਾ ਵਾਹਿਗੁਰੂ ਬੜਾ ਬੇਅੰਤਿਆ। ਇੱਥੇ ਵੱਡੇ ਆਏ ਤੇ ਵੱਡੇ ਚਲੇ ਗਏ, ਪਰ ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਆ, ਅਸੀਂ ਜਦੋਜਹਿਦ ਕਰਨੀ ਸਿੱਖੀ, ਅਸੀਂ ਕਰਦੇ ਰਹਾਂਗੇ। ਔਰੰਗਜ਼ੇਬ ਦਾ ਕੰਮ ਸੀ ਜ਼ੁਲਮ ਕਰਨਾ ਤੇ ਰਾਜ ਕਰਨਾ, ਗੁਰੂ ਸਾਹਿਬ ਦਾ ਕੰਮ ਸੀ ਸਰੀਰ ਦਾਨ ਦੇ ਕੇ ਉਹਦੇ ਪਾਪ ਦਾ ਘੜਾ ਭਰਨਾ। ਅਸੀਂ ਇਹਨਾਂ ਦੇ ਪਾਪ ਦਾ ਘੜਾ ਉਨੀ ਦੇਰ ਤੱਕ ਭਰਦੇ ਰਹਾਂਗੇ ਜਿੰਨੀ ਦੇਰ ਤੱਕ ਇਹ ਨਸ਼ ਨਹੀਂ ਹੋ ਜਾਂਦੇ, ਔਰੰਗਜ਼ੇਬ ਦੀ ਰੂਹ ਦੀ ਉਹ ਕਬਰ 'ਚ ਨਹੀਂ ਨੱਪੇ ਜਾਂਦੇ। ਭਾਈ ਸਾਹਿਬ ਕਾਂਗਰਸ ਦੀ ਭੂਮਿਕਾ ਨੂੰ ਕਿਵੇਂ ਵੇਖਦੇ ਹੋ? ਕੱਲ ਸੁਨੀਲ ਜਾਖੜ ਦੇ ਵੱਲੋਂ ਸੁਖਜਿੰਦਰ ਰੰਧਾਵਾ ਦੇ ਵੱਲੋਂ ਕੈਬਨਿਟ ਦੇ ਵਿੱਚ ਅਸਤੀਫਾ ਦੇ ਦਿੱਤਾ ਕਿ ਪੰਜਾਬ ਸਰਕਾਰ ਇਸ ਦੇ ਉੱਤੇ ਕੋਈ ਵੀ ਕੰਮ ਨਹੀਂ। ਇਹਦੇ ਬਾਰੇ ਮੈਨੂੰ ਕੋਈ ਪਤਾ ਨਹੀਂ, ਉਹਨਾਂ ਨੇ ਅਸਤੀਫਾ ਕਿਉਂ ਦਿੱਤਾ ਤੇ ਕਾਹਦੇ ਲਈ ਦਿੱਤਾ ਤੇ ਕਿਉਂ ਵਾਪਸ ਲਿਆ ਜਾਂ ਕਿਸ ਤਰ੍ਹਾਂ, ਮੈਂ ਨਹੀਂ ਕੁਝ ਕਹਿ ਸਕਦਾ। ਸਾਨੂੰ ਤੇ ਆਪਣਾ ਲੱਗਦਾ ਹੈ ਕਿ ਸਾਡੇ ਨਾਲ ਇਹ ਜਸਟਿਸ ਨਹੀਂ ਕੀਤਾ ਹਾਈ ਕੋਰਟ ਨੇ। ਹਾਈ ਕੋਰਟ ਜਿਹੜਾ ਉਹਦਾ ਮਖੌਟਾ ਜਿਹੜਾ ਬਾਹਰ ਆ ਗਿਆ ਸਾਡੇ ਲਈ ਕੀ ਆ, ਸ਼ੁਰੂ ਤੋਂ ਹੀ ਸੀਗਾ, ਅੱਜ ਵੀ ਕੀ ਕਹੀ ਅਸੀਂ ਕਿ ਸਾਨੂੰ ਕਿਸੇ ਕੇਸ ਵੀ ਇੱਥੋਂ ਫੈਸਲਾ ਨਹੀਂ ਮਿਲਿਆ। ਨਿਰੰਕਾਰੀ ਮਰਡਰ ਕੇਸ ਹੋਇਆ, 13 ਬੰਦੇ ਉਹਨੇ ਮਾਰਤੇ। ਨਿਰੰਕਾਰੀ ਮਰਡਰ ਕੇਸ ਤੋਂ ਪਹਿਲਾਂ 13 ਸਿੱਖ ਉਹਨੇ ਮਾਰੇ, ਉਹਦਾ ਫੈਸਲਾ ਕਰਨਾਲ ਸੈਸ਼ਨ ਕੋਰਟ ਨੇ ਸੁਣਾਇਆ। ਇਸ ਪਿਓ ਦੇ ਪੁੱਤ ਨੇ ਐਜ਼ ਸੀਐਮ ਪੰਜਾਬ 'ਚ ਕੇਸ ਨਹੀਂ ਚਲਾ ਸਕਿਆ ਉਹਨਾਂ ਤੇ। ਉੱਥੇ ਚੱਲਿਆ, ਉਹ 63 ਬੰਦੇ ਬਰੀ ਹੋ ਗਏ ਸਾਲ 'ਚ, ਤੇ ਮੇਰੇ ਵਰਗੇ ਕੱਲੇ ਮੁਲਜ਼ਮ ਦੇ 2 ਸਾਲਾਂ 'ਚ ਬਿਆਨ ਤੱਕ ਨਹੀਂ ਹੋਏ। ਮੈਨੂੰ 10 ਸਾਲ ਸੁਣਨਾ ਪਿਆ ਅੰਦਰ ਫੈਸਲਾ, ਜੇਲ੍ਹ ਦੇ ਅੰਦਰ ਜੱਜ ਜਾਂਦਾ ਰਿਹਾ। ਤੇ ਉਹ ਕਿਹਦੀ ਸਪੋਰਟ ਸੀ ਉਹਨਾਂ ਨੂੰ? ਫਿਰ ਉਹਨਾਂ ਦੇ ਵਿਰੁੱਧ ਜਿਹੜਾ ਫੈਸਲਾ ਦੇਣਾ ਸੀ ਹਾਈ ਕੋਰਟ ਦੇ ਵਿੱਚ ਅਪੀਲ ਕਰਨੀ ਸੀ ਸੈਸ਼ਨ ਕੋਰਟ ਦੇ ਫੈਸਲੇ ਦੇ ਵਿਰੁੱਧ, ਉਹ ਕਰਨੀ ਸੀ ਸੀਐਮ ਨੇ। ਸੀਐਮ ਸੀ ਬਾਦਲ, ਨਹੀਂ ਕੀਤੀ ਉਹਨੇ। ਇਸ ਇਹੀ ਸਮਝਿਆ ਜਾਵੇ ਸਰਕਾਰਾਂ ਜਿਹੜੀਆਂ ਮਰਜ਼ੀਆਂ ਹੋਣ, ਇਹਨੂੰ ਤਾਂ ਲਟਕਾਉਣ ਦੇ ਉੱਤੇ ਤੁਰੀਆਂ ਹੋਈਆਂ ਨੇ। ਜਿਹੜੀਆਂ ਮਰਜ਼ੀ ਹੋਣ, ਉਹ ਸਾਡੀਆਂ ਦੁਸ਼ਮਣ ਵੀ ਹੋ ਸਕਦੀਆਂ, ਪਰ ਇਹ ਤੇ ਨੀਲਾ ਬੁਰਕਾ ਪਾਇਆ। ਇਹ ਤੇ ਸਾਨੂੰ ਕਹਿੰਦਾ ਮੈਂ ਪੰਥ ਦਾ ਮਾਮਾ ਚੰਦੂ ਆ ਤੇ ਮੇਰੇ ਬਾਅਦ ਮੇਰਾ ਪੁੱਤਰ ਆ, ਪੁੱਤਰ ਕਹਿੰਦਾ ਮੇਰੇ ਬਾਅਦ ਮੇਰਾ ਪੁੱਤਰ ਆ। ਇਹਨਾਂ ਨੂੰ ਅਸੀਂ ਕਿੱਥੇ ਪਾਈਏ? ਪੁੱਤਰ ਤਾਂ ਇਹ ਵੀ ਕਹਿ ਰਿਹਾ, ਕਹਿੰਦਾ ਜਿਹੜਾ ਕਿ ਇਸ ਦੇ ਉੱਤੇ ਸਿਆਸਤ ਕਰ ਰਹੇ ਨੇ, ਬੇਅਦਬੀ ਦੇ ਉੱਤੇ ਸਿਆਸਤ ਕਰ ਰਹੇ ਨੇ, ਉਹਨਾਂ ਦਾ ਕੱਖ ਨਾ ਰਹੇ, ਔਰ ਜਿਹੜੇ ਇਸ ਦੇ ਉੱਤੇ ਰਾਜਨੀਤੀ ਕਰ ਰਹੇ ਨੇ ਉਹਨਾਂ ਦਾ ਵੀ ਕੱਖ ਨਾ ਰਹੇ। ਜਿਨ੍ਹਾਂ ਨੇ ਬੇਅਦਬੀ ਕੀਤੀ ਉਹਨਾਂ ਦਾ ਮੇਰਾ ਖਿਆਲ ਸ਼ੁਰੂਆਤ ਹੋ ਗਈ, ਰਹਿਣਾ ਕੱਖ ਨਹੀਂ। ਤੇ ਅਸੀਂ ਤੇ ਜੋ ਕੁਝ ਪਾਇਆ ਹੀ ਪਾਇਆ, ਗਵਾਇਆ ਕੁਝ ਨਹੀਂ। ਇਹਨਾਂ ਨੇ ਜੋ ਕੁਝ ਗਵਾਇਆ ਹੀ ਆ, ਪਾਇਆ ਕੁਝ ਨਹੀਂ। ਲਾਹਨਤਾਂ ਹੀ ਲਈਆਂ। ਜੇ ਇਹ ਗੱਲ ਨਹੀਂ ਤੇ ਪਿਓ ਪੁੱਤ ਸ਼ਕਲ ਕਿਉਂ ਨਹੀਂ ਦਿਖਾਉਂਦੇ? ਇਹ ਧਰਨਿਆਂ 'ਚ ਕਿਉਂ ਨਹੀਂ ਜਾਂਦੇ? ਇਹ ਬਾਰਡਰ ਤੇ ਕਿਉਂ ਨਹੀਂ ਜਾਂਦੇ? ਕਿਸਾਨਾਂ ਦੇ ਵਿੱਚ ਅੱਜ ਸੰਗਤ ਦੇ ਵਿੱਚ ਕਿਉਂ ਨਹੀਂ ਆਉਂਦੇ? ਕਿਤੇ ਅਕਾਲੀ ਲੀਡਰ ਹੁੰਦਾ ਸੀ, ਉਹ ਜਦੋਂ ਪਿੰਡ ਜਾਂਦਾ ਸੀ ਤੇ ਬੀਬੀਆਂ ਗੀਤ ਗਾਉਂਦੀਆਂ ਹੁੰਦੀਆਂ ਸੀ, ਪੰਥ ਤੇਰੇ ਦੀਆਂ ਗੂੰਜਾਂ ਦਿਨੋਂ ਦਿਨ ਪੈਣਗੀਆਂ। ਇਹ ਬਾਦਲ ਜਾਂਦਾ, ਇਹਦੇ ਮੂੰਹ ਤੇ ਪਾਥੀਆਂ ਪੈਂਦੀਆਂ। ਕਿਉਂ ਪੈਂਦੀਆਂ ਨੇ? ਇਹ ਕੱਲਾ ਪ੍ਰਧਾਨ, ਕਰਪਟ ਪ੍ਰਧਾਨ ਸਾਨੂੰ ਮਿਲਿਆ ਅਕਾਲੀ ਦਲ, ਜਿਹਨੇ ਸਾਡੀ ਨੱਕ ਵੱਢ ਦਿੱਤੀ ਹੈ ਤੇ ਸਾਨੂੰ ਚੱਪੜੀ 'ਚ ਨੱਕ ਡੋਬ ਕੇ ਮਰਨ ਲਈ ਮਜਬੂਰ ਕਰਤਾ। ਇਸ ਤੋਂ ਬਾਅਦ ਅੱਗੇ ਵੀ ਕੋਈ ਹੋਰ ਸਖਤ ਐਲਾਨ ਕੀਤੇ ਜਾ ਸਕਦੇ ਹੈਗੇ ਨੇ? ਅਸੀਂ ਬਹੁਤ ਕੁਝ ਕਰਨਾ ਚਾਹੁੰਦੇ ਆ, ਲੇਕਿਨ ਸਾਡੇ ਤੇ ਇੱਕ ਜ਼ਿੰਮੇਵਾਰੀ ਆਉਂਦੀ ਆ। ਇੱਕ ਤੇ ਜਿਹੜਾ ਕਿਸਾਨਾਂ ਦਾ ਅੰਦੋਲਨ ਹੈ, ਉਹ ਬੜੇ ਅਹਿਮ ਪੜਾਅ ਤੇ ਪਹੁੰਚ ਗਿਆ, ਜਦੋਂ ਉੱਥੇ ਵੀ ਏਕਤਾ ਦੀ ਲੋੜ ਹੈ ਤੇ ਇੱਥੋਂ ਵੀ ਉਹਨਾਂ ਨੂੰ ਸਪੋਰਟ ਦੀ ਲੋੜ ਹੈ।
ਅਸੀਂ ਉਸ ਟਾਈਮ ਤੇ ਜਾ ਕੇ ਕੋਈ ਵੀ ਇਹੋ ਜਿਹਾ ਗਲਤ ਫੈਸਲਾ ਨਹੀਂ ਲੈਣਾ ਚਾਹੁੰਦੇ, ਲੇਕਿਨ ਅਸੀਂ ਆਪਣੀ ਜਾਗਦੀ ਜ਼ਮੀਰ ਨਾਲ ਵਾਚ ਕਰ ਰਹੇ ਹਾਂ ਤੇ ਵੇਟ ਕਰ ਰਹੇ ਹਾਂ। ਅਸੀਂ ਇਸ ਮਸਲੇ ਨੂੰ ਕਦੀ ਠੰਡਾ ਨਹੀਂ ਪੈਣ ਦੇਵਾਂਗੇ ਜਦੋਂ ਤੱਕ ਸਾਡੇ ਹਿਰਦੇ ਠੰਡੇ ਨਹੀਂ ਹੋ ਜਾਂਦੇ, ਜਦੋਂ ਤੱਕ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਅਜ਼ਮਤ ਬਹਾਲ ਨਹੀਂ ਹੋ ਜਾਂਦੀ। ਤਾਂ ਜੇ ਬਰਗਾੜੀ ਵਾਲਾ ਮੋਰਚਾ ਨਾ ਚੱਕਿਆ ਜਾਂਦਾ ਤਾਂ ਅੱਜ ਸ਼ਾਇਦ ਕੁਝ ਤਸਵੀਰ ਵੱਖ ਹੋਣੀ ਸੀਗੀ। ਇਹ ਹੁਣ ਜੋ ਕੁਝ ਹੋ ਗਿਆ ਉਹਦੇ ਬਾਰੇ ਤਾਂ ਮੈਂ ਕੁਝ ਕਹਿ ਨਹੀਂ ਸਕਦਾ। ਕੁੰਵਰ ਵਿਜੇ ਪ੍ਰਤਾਪ ਨੂੰ ਸੋਨੇ ਦੇ ਤਗਮੇ ਦੇ ਨਾਲ ਸਨਮਾਨਿਤ ਕਰ ਰਹੇ ਜਿਹੜੇ ਕਰ ਰਹੇ ਉਹਨਾਂ ਨੂੰ ਪਤਾ ਹੋਊਗਾ, ਮੈਨੂੰ ਤਾਂ ਪਤਾ ਨਹੀਂ। ਭਾਈ ਸਾਹਿਬ ਭਾਈ ਰਣਜੀਤ ਸਿੰਘ ਹੋਣੀ ਕਹਿ ਰਹੇ ਨੇ ਕਿ 30 ਤਰੀਕ ਨੂੰ ਜਿਹੜਾ ਹੈ ਇਹਨਾਂ ਦੇ ਵੱਲੋਂ ਕਾਪੀਆਂ ਸਾਰੀਆਂ ਜਾਣਗੀਆਂ। ਕੋਟਕਪੁਰਾ ਦੇ ਚੌਂਕ ਦੇ ਵਿੱਚ ਇਹ ਜਿਹੜੀਆਂ ਇਹਨਾਂ ਦੇ ਵੱਲੋਂ ਕਾਪੀਆਂ ਸਾੜੀਆਂ ਜਾਣੀਆਂ ਨੇ। ਉਹ ਸਿੱਧੇ ਹਮਲੇ ਅਕਾਲੀ ਦਲ ਦੇ ਉੱਤੇ ਕੀਤੇ ਗਏ ਨੇ ਕਿ ਜੇਕਰ ਉਹ ਬਹੁਤੇ ਸੱਚੇ ਹੁੰਦੇ ਤਾਂ ਉਹ ਲੋਕਾਂ ਦੇ ਸਾਹਮਣੇ ਆਉਂਦੇ। ਕੈਮਰਾਮੈਨ ਬਲਜਿੰਦਰ ਦੇ ਨਾਲ ਗਗਨਦੀਪ ਸਿੰਘ, ਟੀਵੀ ਪੰਜਾਬ, ਚੰਡੀਗੜ੍ਹ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।